ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਦ ਚੈਨਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਈਡੀਅਮ ਐਂਡ ਫਰੇਜ਼ਿਸ ਦੀ। ਬਹੁਤ ਸੌਖੇ ਆਉਂਦੇ ਆ, ਠੀਕ ਹੈ, ਬਟ ਪੜ੍ਹੇ ਹੋਏ ਹੋਣਗੇ ਤਾਂ। ਅਸੀਂ ਇੱਕ ਇਹਦੀ ਤਿਆਰ ਕੀਤੀ ਹੈ ਪੂਰੀ ਪੀਡੀਐਫ, ਉਹ ਤੁਹਾਨੂੰ ਮਿਲ ਜਾਏਗੀ, ਠੀਕ ਹੈ। ਤੁਸੀਂ ਅਕੈਡਮੀ ਨੂੰ ਇੱਕ ਵਾਰੀ ਇਨਫੋਰਮ ਕਰ ਦੇਣਾ ਵੀ ਤੁਹਾਨੂੰ ਪੀਡੀਐਫ ਚਾਹੀਦੀ ਹੈ, ਤੇ ਤੁਹਾਨੂੰ ਪੀਡੀਐਫ ਮਿਲ ਜਾਏਗੀ ਇਹਦੀ। ਆਓ ਜ਼ਰਾ ਗੱਲ ਕਰਦੇ ਹਾਂ ਕੁਛ ਈਡੀਅਮਸ ਦੀ, ਜਿਹਨੂੰ ਅਸੀਂ ਅੱਜ ਕਵਰ ਕਰੀਏ। ਪਹਿਲਾ ਆਉਂਦਾ ਫਾਈਟ ਸ਼ਾਈ ਆਫ। ਫਾਈਟ ਸ਼ਾਈ ਆਫ ਦਾ ਮਤਲਬ ਹੁੰਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੀਏ, ਠੀਕ ਹੈ। ਯੂ ਕਾਂਟ ਫਾਈਟ ਸ਼ਾਈਡ ਆਫ ਯੋਰ ਰਿਸਪੋਂਸਿਬਿਲਿਟੀ ਆਫ ਯੋਰ ਚਿਲਡਰਨ। ਤੁਸੀਂ ਆਪਣੇ ਬੱਚੇ, ਅਗਰ ਤੁਹਾਡੇ ਬਾਇਓਲੋਜੀਕਲ ਆਪਣੇ ਬੱਚੇ ਹੈ, ਤੇ ਤੁਸੀਂ ਉਹਨਾਂ ਦੀ ਰਿਸਪੋਂਸਿਬਿਲਿਟੀ ਨੂੰ ਫਾਈਟ ਸ਼ਾਈ ਆਫ ਨਹੀਂ ਕਰ ਸਕਦੇ, ਉਹਨੂੰ ਛੱਡ ਨਹੀਂ ਸਕਦੇ। ਨੈਕਸਟ ਆਉਂਦਾ ਆਈ ਹੈਵ ਟੂ ਫਾਈਟ ਸ਼ਾਈ ਆਫ ਇਨਵੀਟੇਸ਼ਨ ਦੈਟ ਵਿਲ ਐਗਜ਼ੌਸਟ ਟਾਈਮ ਐਂਡ ਸਪਿਰਿਟਸ। ਹੁਣ ਕਿਸੇ ਵੇਲੇ ਇੱਦਾਂ ਹੁੰਦਾ ਤੁਹਾਨੂੰ ਇਨਵੀਟੇਸ਼ਨਸ ਬਹੁਤ ਆਉਂਦੇ, ਤਾਂ ਯੂ ਨੀਡ ਟੂ ਫਾਈਟ ਸ਼ਾਈ ਆਫ, ਕਿਉਂਕਿ ਹਰ ਇਵੈਂਟ 'ਤੇ ਨਹੀਂ ਜਾਇਆ ਜਾ ਸਕਦਾ, ਬਟ ਜਾਣਾ ਚਾਹੀਦਾ ਹੈ, ਠੀਕ ਹੈ। ਤੇ ਯੂ ਵਾਂਟ ਟੂ ਸੇਵ ਯੂਰ ਟਾਈਮ, ਯੂ ਹੈਵ ਟੂ ਫਾਈਟ ਸ਼ਾਈ ਆਫ ਦ ਇਨਵੀਟੇਸ਼ਨਸ ਕਮਿੰਗ। ਆਓ ਜੀ, ਇਹਨੂੰ ਅੱਛੀ ਤਰ੍ਹਾਂ ਦੇ ਨਾਲ ਨਾ ਤੁਸੀਂ ਨੋਟ ਕਰ ਲਓ, ਨੋਟ ਕਰ ਲਓ ਚੰਗੀ ਤਰ੍ਹਾਂ ਨਾ, ਕਿਉਂਕਿ ਅਸੀਂ ਅੱਗੇ ਨਿਕਲ ਜਾਣਾ ਹੈ। ਆਓ ਜੀ, ਅੱਗੇ ਗੱਲ ਆਉਂਦੀ ਹੈ ਹੈਮਰਸ ਐਂਡ ਟੋਂਗਸ। ਹੈਮਰਸ ਐਂਡ ਟੋਂਗਸ ਇਹ ਤੁਹਾਡੇ ਤੇ ਲਾਗੂ ਹੁੰਦਾ ਹੈ ਕਿਹੜੇ ਐਨਰਜੈਟਿਕਲੀ, ਐਂਥੂਜ਼ੀਆਸਟਿਕਲੀ ਔਰ ਵਿਦ ਗ੍ਰੇਟ ਵੈਮਨੈਸ, ਜਿੰਦਾ ਤੁਸੀਂ ਤਿਆਰੀ ਕਰ ਰਹੇ ਹੋ ਆਪਣੀ, ਠੀਕ ਹੈ। ਤੇ ਵੈਨ ਆਈ ਸਟਾਰਟ ਟੀਚਿੰਗ ਆਈ ਗੋ ਐਟ ਇਟ ਹੈਮਰ ਐਂਡ ਟੋਂਗਸ, ਠੀਕ ਹੈ। ਨੈਕਸਟ, ਈਸ਼ਾ ਵੈਂਟ ਐਟ ਵੇਟ ਲੂਜ਼ਿੰਗ ਹੈਮਰ ਐਂਡ ਟੋਂਗਸ। ਅੱਛਾ, ਇਹਨੂੰ ਨਾ ਐਵੇਂ ਫਾਲਤੂ ਇਹਦੇ ਵਿੱਚ ਵਿਦ ਨਹੀਂ ਲਗਾ ਦੇਣਾ। ਤੁਸੀਂ ਸੈਂਟੈਂਸ ਦਾ ਸਟਰਕਚਰ ਦੇਖੋ, ਐਵੇਂ ਹੀ ਲਿਖਣਾ ਹੈ, ਠੀਕ ਹੈ। ਵਿਦ ਵੁਦ ਨਹੀਂ ਲਗਾ ਦੇਣਾ ਇਹਦੇ ਨਾਲ, ਬਿਲਕੁਲ। ਹੈਮਰ ਐਂਡ ਟੋਂਗਸ ਨੂੰ ਤੁਸੀਂ ਰਿਪਲੇਸ ਕਰ ਦੇਣਾ ਐਨਰਜੈਟਿਕਲੀ। ਜਿਵੇਂ ਵੈਨ ਆਈ ਸਟਾਰਟ ਟੀਚਿੰਗ ਆਈ ਗੋ ਐਨਰਜੈਟਿਕਲੀ, ਠੀਕ ਹੈ। ਆਈ ਗੋ ਐਟ ਇਟ ਹੈਮਰ ਐਂਡ ਟੋਂਗਸ। ਇਸ ਤਰ੍ਹਾਂ ਤੁਸੀਂ ਸੈਂਟੈਂਸ ਬਣਾਉਣਾ ਹੈ। ਆਪਣਾ ਵੀ ਇੱਕ ਸੈਂਟੈਂਸ ਬਣਾ ਕੇ ਨੀਚੇ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ, ਅਸੀਂ ਚੈੱਕ ਕਰਾਂਗੇ। ਜਾਓ ਜੀ, ਅੱਗੇ ਕਰੀਏ ਕੰਮ। ਨੈਕਸਟ ਆਉਂਦਾ ਹੈ ਹੈਵ ਬ੍ਰਸ਼ ਵਿਦ। ਹੈਵ ਬ੍ਰਸ਼ ਵਿਦ, ਬ੍ਰਸ਼ ਵਿਦ, ਠੀਕ ਹੈ। ਇਸ ਤਰ੍ਹਾਂ ਇਹਨੂੰ ਯੂਜ਼ ਕਰਦੇ ਹਾਂ ਟੂ एनकाउंटर और नियरली एनकाउंटर समवन और समथिंग। चलते चलते यूं ही कोई मिल गया था, ये वाला हिसाब है, ठीक है। किसी दे कम ले आई हैड अ ब्रश विद डेथ। ओ ब्रश विद डेथ, ठीक है। कितना हसीन मौका कोई मिला है। आई हैड अ ब्रश विद डेथ लास्ट संडे वाइल ड्राइविंग हिली एरियाज। तभी मैं हिली एरियाज चलाती नहीं, ठीक है। एंड यू विल हैव अ ब्रश विद लॉ इफ यू कीप ऑन वायलेटिंग द रूल्स। ਤੇ ਤੁਹਾਨੂੰ ਜੱਜ ਬੁਲਾਣਗੇ, ਜ਼ਾਹਿਰ ਜੀ ਗੱਲ ਹੈ। ਜੱਜ ਚਾਹ ਤੇ ਨਹੀਂ ਬੁਲਾਊਗਾ, ਠੀਕ ਹੈ। ਡੇਟ ਤੇ ਬੁਲਾਊਗਾ, ਡੇਟ ਦੂਸਰੀ ਵੀ ਸਮਝ ਲੈਣਾ, ਠੀਕ ਹੈ। ਉਹ ਬੁਲਾਊਗਾ ਤੁਹਾਨੂੰ ਫਾਈਨ ਲਈ, ਤਾਂ ਯੂ ਵਿਲ ਹੈਵ ਅ ਬ੍ਰਸ਼ ਵਿਦ ਲਾਅ, ਠੀਕ ਹੈ। ਹੋ ਸਕਦਾ ਤੁਹਾਨੂੰ ਉਹਦਾ ਸਾਹਮਣਾ ਕਰਨਾ ਪਵੇ ਅਗਰ ਤੁਸੀਂ ਇਹਦਾ ਹੀ ਰੈਸ਼ ਚਲਾਉਂਦੇ ਰਹੇ। ਪਲੀਜ਼ ਇਹਨੂੰ ਜੋਟ ਡਾਊਨ ਕਰ ਲਓ ਔਰ ਆਪਣਾ ਸੈਂਟੈਂਸ ਜਿਹੜਾ ਉਹ ਜ਼ਰੂਰ ਲਿਖੋ। ਆਓ ਜੀ, ਅੱਗੇ ਗੱਲ ਕਰਦੇ ਹਾਂ ਫੂਲਸ ਪੈਰਾਡਾਈਜ਼। ਫੂਲਸ ਪੈਰਾਡਾਈਜ਼, ਮੈਂ ਸੱਚੀ ਘਟਨਾ ਤੇ ਆਧਾਰਿਤ ਗੱਲ ਦੱਸਦੀ ਹਾਂ। ਅੱਜ ਮੈਨੂੰ ਸਵੇਰੇ ਇੱਕ ਫੋਨ ਆਇਆ ਤੇ ਉਹ ਕਹਿੰਦਾ ਜੀ ਮੈਮ ਪ੍ਰੀਲਿਮਸ ਕਲੀਅਰ ਹੋ ਗਿਆ ਮੇਰਾ, ਤੇ ਹੁਣ ਮੈਂ ਮੇਨਸ ਦੀ ਤਿਆਰੀ ਕਰਨੀ ਹੈ। ਮੈਨੂੰ ਕੁਛ ਨਹੀਂ ਪਤਾ, ਮੇਰੇ ਕੋਈ ਨੋਟਸ ਨਹੀਂ ਹੈ, ਮੇਰੇ ਕੋਲ ਕੋਈ ਕੰਟੈਂਟ ਨਹੀਂ ਹੈ, ਮੈਨੂੰ ਸਾਰਾ ਚੀਜ਼ ਪੰਜਾਬੀ 'ਚ ਚਾਹੀਦੀ ਹੈ। ਮੈਨੂੰ ਪੰਜਾਬੀ ਵਿੱਚ ਹੀ ਲੈਕਚਰ ਚਾਹੀਦੇ ਆ, ਮਤਲਬ ਟੀਚਰ ਪੰਜਾਬੀ 'ਚ ਪੜ੍ਹਾਉਣ, ਠੀਕ ਹੈ। ਪੰਜਾਬੀ 'ਚ ਹੀ ਕੰਟੈਂਟ ਚਾਹੀਦਾ ਹੈ ਜਿਹੜਾ। ਤੇ ਮੈਂ ਕਿਹਾ ਤੁਸੀਂ ਹਜੇ ਤੱਕ ਕੁਛ ਤਿਆਰੀ ਨਹੀਂ ਕੀਤੀ? ਕਹਿੰਦਾ ਨਹੀਂ, ਐਵੇਂ ਮੂੰਹ ਚੱਕ ਕੇ ਪੇਪਰ ਦਿੱਤਾ ਸੀ, ਪ੍ਰੀਲਿਮਸ ਕਲੀਅਰ ਹੋ ਗਿਆ, ਹੁਣ ਮੇਨਸ ਦੇਣਾ ਹੈ। ਮੈਂ ਕਿਹਾ ਫਿਰ ਤੇ ਫੂਲਸ ਪੈਰਾਡਾਈਜ਼ ਹੈ। ਫੂਲਸ ਪੈਰਾਡਾਈਜ਼ ਦਾ ਮਤਲਬ ਕੀ ਹੈ? ਅ ਸਟੇਟ ਆਫ ਹੈਪੀਨੈਸ ਬੇਸਡ ਔਨ ਦ ਪਰਸਨਸ ਨਾਟ ਨੋਇੰਗ ਅਬਾਊਟ ਐਂਡ ਡਿਨਾਈਂਗ ਦ ਐਗਜ਼ਿਸਟੈਂਸ ਆਫ ਪੋਟੈਂਸ਼ੀਅਲ ਟਰਬਲ। ਵੀ ਹਜੇ ਤੱਕ ਤੁਸੀਂ ਨੋਟਸ ਨਹੀਂ ਬਣਾਏ ਤੇ ਕਰਦੇ ਕੀ ਪਏ ਹੋ, ਠੀਕ ਹੈ। ਪੋਟੈਂਸ਼ੀਅਲ ਰਿਸਕ ਹੈ, ਠੀਕ ਹੈ। ਔਰ ਤੁਹਾਨੂੰ ਤੁਹਾਡੇ ਉਸ ਤੋਂ ਉੱਪਰ ਤੁਹਾਡੀ ਚਾਹ ਇਹ ਹੈ ਕਿ ਪੰਜਾਬੀ 'ਚ ਸਭ ਕੁਛ ਮਿਲੇ। ਜ਼ਰੂਰੀ ਨਹੀਂ ਬੇਟਾ ਪੰਜਾਬੀ ਦੇ ਵੀ ਸਾਰੇ ਨੋਟਸ ਮਿਲ ਜਾਣ। ਤੇ you must be in a fool's paradise if you think that it will rain at the time of such hot summers। ਜੇ ਤੁਸੀਂ ਇਹ ਸੋਚਦੇ ਪਏ ਹੋ ਕਿ ਹੁਣ ਬਾਰਿਸ਼ ਹੋ ਜਾਏਗੀ, ਆਹਾ ਬੜੀ ਗਰਮੀ ਹੈ, ਸਭ ਠੀਕ ਹੋ ਜਾਏਗਾ, ਇਟਸ ਫੂਲਸ ਪੈਰਾਡਾਈਜ਼, ਨਹੀਂ ਪੋਸੀਬਲ। No woman should be taken into fool's paradise by promising her of marriage when one does not intend to, ठीक है। और ए वायलेशन ऑफ लॉ भी है, ਧਾਰਾ ਲੱਗ ਜੂਗੀ ਕੋਈ ਨਾ ਕੋਈ। ਛੱਡ ਦੋ ਇਹ ਕੰਮ ਕਰਨੇ, ਠੀਕ ਹੈ। ਤੇ ਕੁੜੀਆਂ ਨੂੰ ਬੇਵਕੂਫ ਬਣਾਉਣਾ ਵੀ ਤੁਹਾਡਾ ਵਿਆਹ, ਤੁਹਾਡੇ ਨਾਲ ਵਿਆਹ ਕਰਾਂਗੇ, ਠੀਕ ਹੈ। ਗੱਲ ਗਲਤ ਹੋ ਜੂਗੀ, ਫੂਲਸ ਪੈਰਾਡਾਈਜ਼ ਨਾ ਬਣਾਓ, ਠੀਕ ਹੈ। ਪਲੀਜ਼ ਸੈਂਟੈਂਸਸ ਨੂੰ ਲਿਖ ਲਓ ਫਟਾਫਟ। ਅੱਗੇ ਚੱਲਦੇ ਹਾਂ ਅਸੀਂ। ਆਊਟ ਐਟ ਐਲਬੋ। ਆਊਟ ਐਟ ਐਲਬੋ, ਹੁਣ ਕੁਛ ਨਹੀਂ ਰਿਹਾ, ਪੈਸਾ ਕੁਛ ਵੀ ਨਹੀਂ ਹੈ, ਠੀਕ ਹੈ। ਬਿਲਕੁਲ ਬ੍ਰੋਕਨ ਸਥਿਤੀ ਹੈ, ਯਾਨੀ ਕਿ ਪੈਸੇ ਦੀ ਬੜੀ ਤੰਗੀ ਚੱਲਦੀ ਪਈ ਹੈ। ਪੂਅਰ। David was out at elbow when he was in London, right? London is a very expensive city। ਐਵੇਂ ਹੀ ਹਾਈਪ ਬਣਾਈ ਹੋਈ ਹੈ ਉਹਦੀ, ਤੁਸੀਂ ਉੱਥੇ ਜਾ ਕੇ ਦੇਖੋਗੇ ਬੜਾ ਮੁਸ਼ਕਿਲ ਲੱਗਦਾ ਹੈ, ਠੀਕ ਹੈ। ਸੋ ਡੇਵਿਡ ਵਾਜ਼ ਆਊਟ ਐਟ ਐਲਬੋ,
when he was in London. The leader mentioned that many people are out at elbow in the country, यानी कि they are poor. ਤੇ poor ਨੂੰ ਅਸੀਂ replace ਕਰ ਸਕਦੇ ਹਾਂ ਕਿਹਦੇ ਨਾਲ, out at elbow ਦੇ ਨਾਲ. Please jot down. ਲਿਖ ਲਓ ਜੀ ਇਹਨੂੰ. ਆਓ ਜੀ ਅਗਲੀ ਗੱਲ ਕਰਦੇ ਹਾਂ, ਮੈਡ ਐਜ਼ ਅ ਮਾਰਚ ਹੇਅਰ. ਠੀਕ ਹੈ, ਇਹਨੂੰ ਪੰਜਾਬੀ 'ਚ ਵੀ ਇੱਕ ਕਹਾਵਤ ਹੁੰਦੀ ਹੈ, ਕਹਿੰਦੇ ਕਿ ਜਿੱਦਾਂ ਕਮਲੇ ਨੇ ਹੋ ਜਾਂਦਾ ਕੋਈ ਬੰਦਾ, ਭੁੱਸਰ ਜਾਂਦਾ, ਠੀਕ ਹੈ, ਚਾਅ ਚੜ੍ਹ ਜਾਂਦਾ ਉਹਨੂੰ, ਤੇ ਉਹ ਮਤਲਬ ਕ੍ਰੇਜ਼ੀ ਜਿਹਾ ਹੋ ਜਾਂਦਾ ਹੈ. ਠੀਕ ਹੈ, ਹੁਣ ਮੈਂ ਤੁਹਾਨੂੰ ਦੱਸੂੰਗੀ, ਤੁਹਾਨੂੰ ਪਤਾ ਲੱਗੂਗਾ. ਵਿਆਹ 'ਚ ਭੂਆ ਔਰ ਮਾਸੀ ਦਾ ਜਿਹੜਾ ਹਾਲ ਹੁੰਦਾ ਨਾ, ਭੂਆ ਔਰ ਮਾਸੀ ਦਾ, ਠੀਕ ਹੈ, ਉਹ ਇੱਦਾਂ ਦਾ ਹੀ ਹੁੰਦਾ, ਐਵੇਂ ਚਾਅ ਚੜਿਆ ਹੋਇਆ ਹੁੰਦਾ ਉਹਨਾਂ ਨੂੰ. ਠੀਕ ਹੈ, ਤੇ ਕ੍ਰੇਜ਼ੀ. ਮਾਈ ਬ੍ਰਦਰ ਵਾਜ਼ ਐਜ਼ ਮੈਡ ਐਜ਼ ਮਾਰਚ ਹੇਅਰ ਵੈਨ ਆਈ ਬੈਂਡ ਹਿਜ਼ ਨਿਊ ਕਾਰ. ਆਏ ਹਾਏ ਹਾਏ, ਬੰਦਾ ਦਿਮਾਗ ਹੀ ਖਰਾਬ ਹੋ ਜਾਂਦਾ ਹੈ ਕਿ ਮੇਰੀ ਨਵੀਂ ਕਾਰ ਠੋਕਤੀ, ਇੰਨਾ ਬੁਰਾ ਹਾਲ ਹੋ ਜਾਂਦਾ ਹੈ. ਐਜ਼ ਮੈਡ ਐਜ਼ ਮਾਰਚ ਹੇਅਰ. The leader became as mad as March here when he found that his name was dragged in the controversy. ਹੁਣ ਜਿਹੜਾ ਬੰਦਾ ਸਾਊ ਹੋਊਗਾ ਨਾ ਤੇ ਉਹਦਾ ਨਾਮ ਘਸੀਟਿਆ ਜਾਏਗਾ ਤੇ ਉਹ ਵਿਚਾਰਾ ਹੋ ਜਾਊਗਾ ਥੋੜਾ ਪਾਗਲ ਜਿਹਾ, ਤੇ ਹੋ ਹੀ ਜਾਊਗਾ, ਮੇਰਾ ਨਾਮ ਕਿਉਂ ਘਸੀਟਦੇ ਪਿਆ. ਤੇ ਪੋਲੀਟੀਸ਼ੀਅਨ ਵਾਜ਼ ਐਜ਼ ਮੈਡ ਐਜ਼ ਮਾਰਚ ਹੇਅਰ. ਠੀਕ ਹੈ, ਪਲੀਜ਼ ਇਹਨੂੰ ਜੋਟ ਡਾਊਨ ਕਰ ਲਓ. ਕ੍ਰੇਜ਼ੀ ਹੋ ਜਾਣਾ, ਪਾਗਲ ਹੋ ਜਾਣਾ. ਠੀਕ ਹੈ, ਅਗਲੀ ਗੱਲ ਕਹਿੰਦੇ ਹੈਂਗਡ ਬਾਈ ਥ੍ਰੈਡ. ਸੋਚੋ ਕੋਈ ਚੀਜ਼ ਧਾਗੇ ਨਾਲ ਲਟਕੀ ਪਈ ਹੈ. ਜੇ ਉਹ ਚੀਜ਼ ਧਾਗੇ ਨਾਲ ਲਟਕੀ ਪਈ ਹੈ, ਚਾਹੇ ਜਿੰਨੀ ਮਰਜ਼ੀ ਕੀਮਤੀ ਹੈ, ਚਾਹੇ ਮਰਜ਼ੀ ਕੀਮਤੀ ਨਹੀਂ ਹੈ, ਤੇ ਉਹਦੀ ਸਟੇਟ ਕੀ ਹੈ? ਧਾਗੇ ਨਾਲ ਲਟਕਦੀ ਹੋਈ ਚੀਜ਼ ਦਾ ਸਟੇਟ ਕੀ ਹੈ? ਇੱਕ ਨਾ ਇੱਕ ਦਿਨ ਤਾਂ ਟੁੱਟ ਜੂ ਨਾ. ਤੇ ਸੈਂਟੈਂਸ ਵੀ ਹੈ, ਟੂ ਬੀ ਇਨ ਅ ਵੈਰੀ ਡੇਂਜਰਸ ਸਿਚੁਏਸ਼ਨ ਔਰ ਸਟੇਟ. ਦ ਪੇਸ਼ੈਂਟਸ ਲਾਈਫ ਵਾਜ਼ ਹੈਂਗਿੰਗ ਬਾਈ ਅ ਥ੍ਰੈਡ, ਯਾਨੀ ਕਿ ਇੱਕ ਛੋਟੀ ਜਿਹੀ ਕੜੀ ਰਹਿੰਦੀ ਹੈ. The economy of Bangladesh is hanging by thread. ਹੁਣ ਬੰਗਲਾਦੇਸ਼ ਜਿਹੜਾ ਹੈ, ਠੀਕ ਹੈ, ਉਹਦੀ ਇਕੋਨਮੀ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਹੈਂਗਿੰਗ ਬਾਈ ਥ੍ਰੈਡ ਹੈ, ਯਾਨੀ ਕਿ ਕਦੋਂ ਕੀ ਹੋ ਜਾਏ ਪਤਾ ਨਹੀਂ. ਠੀਕ ਹੈ, ਨੈਕਸਟ ਗੱਲ ਕਰਦੇ ਹਾਂ, ਕੈਚ ਅ ਟਾਰਟਰ. ਸ਼ੇਰ ਨੂੰ ਸਵਾ ਸ਼ੇਰ ਮਿਲ ਗਿਆ. ਠੀਕ ਹੈ, ਉਹਨੂੰ ਕਹਿੰਦੇ ਆ ਕੈਚ ਅ ਟਾਰਟਰ. ਟੂ ਡੀਲ ਵਿਦ ਸਮਵਨ ਔਰ ਸਮਥਿੰਗ that proves unexpectedly terror and more powerful. While fighting with Indian army, the enemy realized that they had caught a Tartar. ठीक है, 1.25 ਤੇ 1 ਲੜਾऊं ਤਬੇ ਗੋਬਿੰਦ ਸਿੰਘ ਨਾਮ ਕਹਾऊं. ਠੀਕ ਹੈ, ਆਰਮੀ ਦੇ ਨਾਲ, ਇੰਡੀਅਨ ਆਰਮੀ ਦੇ ਨਾਲ ਲੜਨਾ, ਇੰਡੀਅਨ ਬੰਦਿਆਂ ਦੇ ਨਾਲ ਲੜਨਾ ਇੰਨਾ ਆਸਾਨ ਨਹੀਂ ਹੈ. ਠੀਕ ਹੈ, ਕਿਉਂ? ਕਿਉਂਕਿ we prove as Tartar, right? ਸ਼ੇਰ ਨੂੰ ਸਵਾ ਸ਼ੇਰ. We must know our enemy, otherwise we may catch a Tartar and that can lead us to disaster. ਬੇਟਾ ਅੱਜ ਦੀ ਲੜਾਈ ਜਿਹੜੀ ਹੈ ਨਾ, ਮੈਂ ਹੁਣ ਕਹੂੰਗੀ ਕਿ ਅੱਜ ਦੀ ਲੜਾਈ ਜਿਹੜੀ ਹੈ ਉਹ ਪਹਿਲੇ ਵਰਗੀ ਨਹੀਂ ਹੈ. ਪਹਿਲੇ ਬਰੇਵਰੀ ਚਾਹੀਦੀ ਸੀ, ਅੱਜ ਕੱਲ੍ਹ ਨੌਲੇਜ ਚਾਹੀਦੀ ਹੈ, ਟੈਕਨੋਲੋਜੀ ਚਾਹੀਦੀ ਹੈ. ਠੀਕ ਹੈ, ਐਂਡ ਉਹ ਤੁਸੀਂ ਦੇਖਿਆ ਪੈਂਡੈਮਿਕ ਹੈ ਨਾ, ਇਹ ਵੀ ਲੜਾਈ ਹੈ, ਇੱਕ ਬਾਇਓ ਵੈਪਨ ਹੀ ਹੈ ਇੱਕ ਤਰ੍ਹਾਂ ਦੇ ਨਾਲ. ਤੇ ਵੀ ਮੇ ਕੈਚ ਅ ਟਾਰਟਰ, ਇਸ ਕਰਕੇ ਸਾਨੂੰ ਆਪਣੇ ਐਨਮੀ ਨੂੰ ਬਿਲਕੁਲ ਜਾਣਨ ਦੀ ਲੋੜ ਹੈ. ਠੀਕ ਹੈ, ਚਲੋ ਜੀ, ਕੈਚ ਅ ਟਾਰਟਰ ਹੋ ਗਿਆ. ਅਗਲੀ ਗੱਲ ਕਰਦੇ ਹਾਂ, ਗੱਲ ਆਉਂਦੀ ਹੈ ਕੈਟ ਸਪਾ. ਕੈਟ ਸਪਾ ਇੱਕ ਤਰ੍ਹਾਂ ਨਾਲ ਅਸੀਂ ਕਹੀਏ ਕਿ ਇੱਕ ਧੋਖਾ ਹੈ. ਠੀਕ ਹੈ, ਮਤਲਬ ਜਿੱਦਾਂ ਕਹੀਏ ਨਾ ਕਿ ਕੋਈ ਵੀ ਚੀਜ਼ ਜਿਹਨੂੰ ਅਸੀਂ ਕਹੀਏ ਛਲਾਵਾ ਹੈ ਇੱਕ. ਠੀਕ ਹੈ, the poor easily become a cat's paw in the hands of politicians, ਯਾਨੀ ਕਿ ਉਹ ਇੱਕ ਨਾ ਕਠਪੁਤਲੀ ਜੀ ਬਣ ਜਾਂਦੇ. ਠੀਕ ਹੈ, ਕਿਹਦੇ ਲਈ? ਕਿਉਂਕਿ ਉਹਨਾਂ ਨੂੰ ਪੈਸਾ ਦੇਵੋ ਤੇ ਉਹੀ ਬੰਦਾ ਉਹਦੇ ਗੁਣ ਗਾਊਗਾ. ਠੀਕ ਹੈ, ਡੋਂਟ ਲੈਟ ਯੂਰ ਸੈਲਫ ਦ ਕੈਟਸ ਪਾ ਆਫ ਸੀਨੀਅਰਸ. ਤੁਸੀਂ ਆਪਣੇ ਸੀਨੀਅਰਸ ਦਾ ਕਿਤੇ ਇੱਕ ਮਜ਼ਾਕ ਜਿਹਾ, ਖਿਡੌਣਾ ਜਿਹਾ ਬਣ ਕੇ ਨਾ ਰਹਿ ਜਾਓ. ਕੈਟਸ ਪਾ ਦਾ ਮਤਲਬ ਇਹ ਰਹਿੰਦਾ ਹੈ. ਠੀਕ ਹੈ, ਆਓ ਜੀ ਅਗਲੀ ਗੱਲ ਕਰਦੇ ਹਾਂ ਕਿ grist to one's mill, यानी कि अपना मकसद साधना. Something that can be used for particular purpose, अपना मतलब सार्थक करना. Knowing many languages seems grist to our mill when it comes to seeking a job. यानी कि बहुत सारियां knowledge, अगर languages ਦੀ knowledge ਸਾਨੂੰ ਹੈ, ਇਹ ਸਾਡਾ ਮਕਸਦ ਜਿਹੜਾ ਹੈ ਉਹਨੂੰ complete ਕਰ ਦਿੰਦਾ ਹੈ. Extra sources of income proves the grist of the mill for anyone. यानी कि अगर देखो जी, मैं तो हमेशा कहनी है, ठीक है, ਇਨਕਮ ਜਿਹੜੀ ਹੈ ਉਹ ਇੱਕ ਸੋਰਸ ਤੋਂ ਨਹੀਂ ਹੋਣੀ ਚਾਹੀਦੀ, 2-3 ਸੋਰਸ ਤੋਂ ਹੋਣੀ ਚਾਹੀਦੀ ਹੈ ਬੰਦੇ ਦੇ ਕੋਲ. ਤੇ ਐਕਸਟਰਾ ਸੋਰਸ ਆਫ ਇਨਕਮ ਜਿਹੜਾ ਹੈ ਉਹ ਬੰਦੇ ਦਾ ਜਿਹੜਾ ਹੈ ਉਹ ਐਕਸਪੈਂਡੀਚਰ ਦਾ ਮਕਸਦ ਜਿਹੜਾ ਉਹਨੂੰ ਪੂਰਾ ਕਰ ਦਿੰਦਾ ਹੈ. ਠੀਕ ਹੈ, ਆਓ ਜੀ ਇਹਨੂੰ ਲਿਖ ਲਿਓ ਆਰਾਮ ਦੇ ਨਾਲ ਵੀਡੀਓ ਪੋਸਟ ਕਰਕੇ. ਮੈਂ ਥੋੜਾ ਜਿਹਾ ਜਲਦੀ ਇਸ ਲਈ ਚਾਹ ਰਹੀ ਹਾਂ ਕਿਉਂਕਿ ਮੈਂ ਚਾਹ ਰਹੀ ਹਾਂ ਕਿ ਮੈਕਸਿਮਮ ਅਸੀਂ ਕਰ ਪਾਈਏ. ਠੀਕ ਹੈ, ਬਹੁਤ ਸਾਰੀਆਂ ਹੈ, ਅਸੀਂ ਮੈਕਸਿਮਮ ਕਰ ਪਾਈਏ, ਇਹ ਹੀ ਮਕਸਦ ਹੈ ਜਲਦੀ ਕਰਨ ਦਾ. ਤੇ ਕਿੱਥੇ ਗਈ ਬਈ? ਹਾਂਜੀ,
आओ जी, कह रहे एट ऑड्स, ਗੱਲ ਕਰਦੇ ਹਾਂ ਅਸੀਂ ਐਟ ऑड्स। ਐਟ ऑड्स ਦਾ ਮਤਲਬ ਹੈ ਕਿ ਤੁਸੀਂ ਆਪਸ ਦੇ ਵਿੱਚ ਰਜ਼ਾਮੰਦੀ 'ਚ ਨਹੀਂ ਹੋ, ਝਗੜਾ ਹੋ ਰਿਹਾ ਹੈ, ਠੀਕ ਹੈ। ਐਟ ऑड्स ਮਤਲਬ ਇਨ ਕੌਨਫਲਿਕਟ ਹੈ ਅਸੀਂ। ਮਾਈ ਬਿਜ਼ਨਸ ਪਾਰਟਨਰ ਐਂਡ ਆਈ ਆਰ ਐਟ ऑड्स ਅਬਾਊਟ ਦ ਡਾਇਰੈਕਸ਼ਨ ਟੂ ਟੇਕ ਦ ਕੰਪਨੀ। ਤੇ ਐਸਾ ਹੁੰਦਾ ਹੈ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਤੇ ਮੀਟਿੰਗ ਦੇ ਵਿੱਚ ਐਸਾ ਹੋ ਜਾਂਦਾ ਹੈ ਕਿ ਵੀ ਆਰ ਐਟ ऑड्स, ਯਾਨੀ ਕਿ ਕੌਨਫਲਿਕਟ ਦੇ ਵਿੱਚ ਹੈ। ਕੌਨਫਲਿਕਟ, ਵਿਚਾਰਾਂ ਦਾ ਕੌਨਫਲਿਕਟ ਆਪਣੇ ਆਪ ਵਿੱਚ ਅੱਛੀ ਚੀਜ਼ ਹੈ ਕਿਉਂਕਿ ਇਹਦੇ ਨਾਲ ਮੰਥਨ ਹੁੰਦਾ ਤੇ ਕੋਈ ਨਾ ਕੋਈ ਨਵਾਂ ਸੋਲੂਸ਼ਨ ਨਿਕਲਦਾ ਹੈ। ਦ ਕਪਲਸ ਹੂ ਆਰ ਐਟ ऑड्स ਸ਼ੁੱਡ ਨਾਟ ਬੀਅਰ ਚਿਲਡਰਨ। ਜਿਹੜੇ ਬੰਦੇ ਇਹ ਬੜੀ ਵੱਡੀ ਗੱਲ ਹੈ ਕਿ ਜਿਹੜੇ ਕਪਲ ਆਪਸ ਵਿੱਚ ਝਗੜਦੇ ਰਹਿੰਦੇ ਆ, ਡਿਸਪਿਊਟ 'ਚ ਰਹਿੰਦੇ ਆ, ਉਹਨਾਂ ਨੂੰ ਬੱਚੇ ਨਹੀਂ ਕਰਨੇ ਚਾਹੀਦੇ, ਠੀਕ ਹੈ। ਬੱਚੇ ਕਰ ਲਏ ਤੇ ਫਿਰ ਉਹ ਵਿਚਾਰੇ ਉਹਨਾਂ ਦੇ ਉੱਤੇ ਟੋਲ ਆ ਜਾਂਦਾ ਹੈ, ਠੀਕ ਹੈ। ਸੋ ਕਪਲਸ ਹੂ ਆਰ ਐਟ ऑड्स ਸ਼ੁੱਡ ਨਾਟ ਬੀਅਰ ਚਿਲਡਰਨ। ਫਸਟ ਆਫ ਆਲ ਦੇ ਸ਼ੁੱਡ ਨਾਟ ਮੈਰੀ ਐਕਚੁਅਲੀ, ਠੀਕ ਹੈ, ਪਹਿਲਾਂ ਹੀ ਦੇਖ ਲੈਣਾ ਚਾਹੀਦਾ। एंड नॉट टू स्पीक मच अबाउट इट, आ जाओ जी। ब्लेज द ट्रेल। ब्लेज द ट्रेल ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਚੀਜ਼ ਨੂੰ ਤੁਸੀਂ ਪ੍ਰਧਾਨਗੀ ਕਰਦੇ ਹੋ ਕਿਸੇ ਚੀਜ਼ ਦੀ, ਯਾਨੀ ਕਿ ਤੁਹਾਡੇ ਬਾਅਦ ਲੋਕ ਉਹਨੂੰ ਫੋਲੋ ਕਰਨਗੇ, ਠੀਕ ਹੈ। ਤੁਸੀਂ ਅੱਗੇ ਅੱਗੇ ਚੱਲੋਗੇ ਤੇ ਲੋਕ ਤੁਹਾਨੂੰ ਫੋਲੋ ਕਰਨਗੇ ਕਿਉਂਕਿ ਯੂ ਆਰ ਦ ਫਰਸਟ ਵਨ ਟੂ ਡੂ ਦੈਟ। ਆਓ ਜੀ ਗੱਲ ਕਰਦੇ ਹਾਂ, ਟੂ ਬੀ ਦ ਫਰਸਟ ਵਨ ਟੂ ਡੂ ਸਮਥਿੰਗ ਐਂਡ ਸ਼ੋ ਅਦਰਸ ਹਾਊ ਟੂ ਡੂ ਇਟ। Thomas Edison was able to blaze the trail in many areas of electronics, ठीक है। ਇਲੈਕਟ੍ਰੋਨਿਕਸ ਦੇ ਏਰੀਆ ਦੇ ਵਿੱਚ ਉਹਨੇ ਕਾਫੀ ਲੋਕਾਂ ਦੀ ਮਤਲਬ ਮਾਰਗਦਰਸ਼ਨ ਕੀਤਾ, ਜਿਹਨੂੰ ਅਸੀਂ ਕਹੀਏ, ਜ਼ਿਆਦਾ ਕਹਿਣਾ ਵਧੀਆ ਹੋਏਗਾ। ਦ ਪੁਆਇੰਟ ਆਫ ਬੀਇੰਗ ਪਾਇਨੀਅਰ ਇਜ਼ ਟੂ ਬਲੇਜ਼ ਦ ਟ੍ਰੇਲ ਫॉर ਅਦਰਸ। ਅਸੀਂ ਜਦ ਦੂਸਰਿਆਂ ਲਈ ਇੱਕ ਐਗਜ਼ਾਮਪਲ ਸੈੱਟ ਕਰ ਦਿੰਦੇ ਹਾਂ ਵੀ ਇਸ ਤਰ੍ਹਾਂ ਕੰਮ ਕਰੋ, ਠੀਕ ਹੈ, ਤੇ ਵੀ ਬਲੇਜ਼ ਦ ਟ੍ਰੇਲ। ਚਲੋ ਜੀ, ਆ ਗਈ ਗੱਲ ਡੱਚ ਕਰੇਜ ਦੀ। ਡੱਚ ਕਰੇਜ ਦਾ ਮਤਲਬ ਹੁੰਦਾ ਖਾਦੀ ਪੀਤੀ ਦੇ ਵਿੱਚ ਜਿਹੜਾ ਹੌਸਲਾ ਆ ਜਾਵੇ ਆਦਮੀ ਨੂੰ, ਠੀਕ ਹੈ। ਆਦਮੀ ਨੂੰ ਖਾਦੀ ਪੀਤੀ 'ਚ ਹੌਸਲਾ ਆ ਜਾਂਦਾ ਨਾ, ਥੋੜਾ ਪੈਗ ਲਾਏ ਹੋਣ ਤੇ ਹਿੰਮਤ ਵੱਧ ਜਾਂਦੀ ਹੈ ਬੰਦੇ ਦੀ, ਤੇ ਬੰਦਾ ਫਿਰ ਸਮਝਦਾ ਮੈਂ ਹੀ ਜੱਜ ਹਾਂ ਤੇ ਮੈਂ ਹੀ ਅੱਜ ਖੁਦਾ ਆ, ਹੈ ਨਾ। ਤੇ ਇਹੋ ਜਿਹੀ ਗੱਲ ਹੋ ਜਾਂਦੀ ਹੈ ਰਾਜੇ, ਡੱਚ ਕਰੇਜ ਕਹਿੰਦੇ ਆ ਇਹਨੂੰ। ਕਰੇ ਅ ਫੀਲਿੰਗ ਆਫ ਕਰੇਜ or confidence at the person gets from drinking alcohol. It was Dutch courage that made the football fan attack the policeman. ਹੁਣ ਡੱਚ ਕਰੇਜ ਦੇ ਵਿੱਚ ਪੁਲਿਸ ਦੇ ਉੱਤੇ ਹਮਲਾ ਕਰਤਾ, ਠੀਕ ਹੈ। ਔਰ ਤੁਸੀਂ ਸੁਣਿਆ अज्ञात व्यक्तियों ने किया पुलिस पर हमला, ठीक है, डच करेज में, ठीक है, पीती हुई च हमला करता। द पुअर मैन बीट हिज बॉस बाय मीन्स ऑफ डच करेज। ਹੁਣ ਗਰੀਬ ਆਦਮੀ ਥੋੜੀ ਕਰ ਸਕਦਾ ਨਾ, ਕਿਸੇ ਨੂੰ ਮਾਰ ਸਕਦਾ ਹੈ। ਉਹ ਕਹਿੰਦਾ ਆਪਣਾ ਓਨਰ ਹੀ ਮਾਰਤਾ ਉਹਨੇ, ਬੌਸ ਨੂੰ ਹੀ ਕੁੱਟ ਦਿੱਤਾ, ਠੀਕ ਹੈ। ਲੇਕਿਨ ਕੁੱਟਿਆ ਕਿਉਂ? ਕਿਉਂਕਿ ਉਹ ਡੱਚ ਕਰੇਜ ਵੀ ਸੀਗਾ। ਪੀਤੀ ਹੋਈ ਬੰਦਾ ਸ਼ੇਰ ਹੀ ਹੁੰਦਾ ਹੈ ਨਾ। ਇੱਕ ਮਿੰਟ, ਲੋ ਜੀ, ਇਹਨੂੰ ਤੁਸੀਂ ਲਿਖ ਲਓ ਕਾਪੀ ਤੇ, ਫਿਰ ਅਸੀਂ ਅਗਲੇ ਚੱਲਦੇ ਹਾਂ। ਅਗਲਾ ਸਾਡੇ ਕੋਲ ਆਉਂਦਾ, ਕਹਿੰਦੇ ਜੀ ਗਿਵ ਅ ਵਾਈਡ ਬਰਥ। ਗਿਵ ਅ ਵਾਈਡ ਬਰਥ, ਠੀਕ ਹੈ। ਗਿਵ ਅ ਵਾਈਡ ਬਰਥ ਦਾ ਮਤਲਬ ਹੁੰਦਾ ਜਿੱਦਾਂ ਕਈ ਵਾਰੀ ਐਸਾ ਹੁੰਦਾ ਨਾ, ਅਸੀਂ ਕਿਸੇ ਬੰਦੇ ਨੂੰ ਅਵੋਇਡ ਕਰਦੇ ਹਾਂ। ਮੈਨੂੰ ਤਾਂ ਲੱਗਦਾ ਲਾਅ ਆਫ ਅਟਰੈਕਸ਼ਨ ਕਹਿੰਦਾ ਵੀ ਹੈ, ਵੀ ਕਹਿੰਦੇ ਕਿ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਅੱਜ ਉਹ ਨਾ ਮਿਲੇ, ਉਹ ਆਣ ਟੱਕਰਦਾ, ਆਣ ਮਿਲੋ ਸਜਣਾ, ਇਹਦਾ ਵਾਲਾ ਹਾਲ ਹੋ ਜਾਂਦਾ ਹੈ। ਬਟ ਗਿਵ ਵਾਈਡ ਬਰਥ ਟੂ ਨੈਗੇਟਿਵ ਪੀਪਲ, यानी अवॉइड नेगेटिव पीपल। आओ जी गल करते हैं। द रोड्स आर वेरी डेंजरस देयर, आई वुड गिव दैम अ वाइड बर्थ एंड गो बाय ट्रेन। तो मैं अवॉइड ही करना है रोड तो जाना, मैं तो ट्रेन फड़ लेना है। आई वुड गिव दोज होलिस्टिक मेडिसिन्स क्वैक्स अ वाइड बर्थ। क्वैक्स का मतलब की होंगे? नीम हकीम खतराए जान जिन्होंने कहते हैं, मतलब जिन्होंने मेडिकल नॉलेज नहीं हो और डॉक्टर बनया फिरदा है ना, नकली डॉक्टर। Next is anyone who claims to have miracle cures not supported by scientists evidence is trying to con you. So this is all about avoiding. Give a wide berth to someone whom you don't like. आगे चलो जी। Fond of one's own voice, ਹਾਏ ਲੋਕੀ ਭਰੇ ਪਏ ਇੱਦਾਂ ਦੇ ਜਿਹਨਾਂ ਨੂੰ ਆਪਣੀ ਆਵਾਜ਼ ਹੀ ਸੁਣਨਾ ਪਸੰਦ ਹੈ। ਕਹਿਣ ਦਾ ਮਤਲਬ ਇਹੋ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਐਪਰੀਸ਼ੀਏਟ ਕੀਤੇ ਬਿਨਾਂ ਰਹਿ ਹੀ ਨਹੀਂ ਸਕਦਾ। ਇਸ ਬੰਦੇ ਨੂੰ ਖੁਦ ਹੀ ਟਾਕ ਕਰਨਾ ਪਸੰਦ ਹੈ। ਸਾਹਮਣੇ ਵਾਲਾ ਕੀ ਟਾਕ ਕਰ ਰਿਹਾ ਹੈ, ਉਹਦਾ ਕੀ ਮਤਲਬ ਨਹੀਂ, ਇਹ ਬੋਲਣਾ ਜ਼ਿਆਦਾ ਜਾਣਦਾ ਹੈ।
to like talking a lot too much usually without wanting to listen to others। ਇਹਨੇ ਨਹੀਂ ਸੁਣਨੀ ਕਿਸੇ ਦੀ, ਇਹਨੇ ਆਪਣੀ ਸੁਣਾਣੀ ਹੈ, ਠੀਕ ਹੈ। Akash is very fond of his own voice, he pays attention to no one saying anything। ਕਿਸੇ ਦੀ ਗੱਲ ਵੱਲ ਉਹਨੂੰ ਧਿਆਨ ਨਹੀਂ ਆ, ਆਪਣੀ ਗੱਲ ਕਹਿ ਕੇ ਚਲੋ ਜੀ ਬੰਦਾ ਹੋ ਗਿਆ ਹੋ ਗਿਆ ਹੋ ਗਿਆ, ਕਿਉਂ? ਕਿਉਂਕਿ ਆਪਣੀ ਉਹ ਗੱਲ ਆਵਾਜ਼ ਅੱਛੀ ਲੱਗਦੀ ਪਈ ਹੈ। Do you listen to others? It seems you are fond of your voice only। ਠੀਕ ਹੈ, ਤੁਹਾਨੂੰ ਤੁਸੀਂ ਕਿਸੇ ਨੂੰ ਸੁਣਦੇ ਵੀ ਹੋ, ਇੰਦਾ ਲੱਗਦਾ ਹੈ ਤੁਹਾਨੂੰ ਆਪਣੀ ਹੀ ਪ੍ਰਸ਼ੰਸਾ, ਆਪਣੀ ਹੀ ਵੌਇਸ ਜਿਹੜੀ ਹੈ ਸਭ ਤੋਂ ਪਸੰਦ ਹੈ। ਦੈਟ ਮੀਨਸ ਅ ਪਰਸਨ ਇਜ਼ ਵੈਰੀ ਟਾਕੇਟਿਵ ਐਂਡ ਪਲੱਸ ਨਾਟ ਅ ਗੁੱਡ ਲਿਸਨਰ, ਰਾਈਟ। ਇਹ ਦੋ ਚੀਜ਼ਾਂ ਪਲੱਸ ਹੈ। ਆਓ ਜੀ ਅਗਲੀ ਗੱਲ ਕਰਦੇ ਹਾਂ। ਉਫ, ਇਹਨੂੰ ਇੱਕ ਵਾਰੀ ਪਲੀਜ਼ ਨੋਟ ਕਰ ਲਿਓ। have a finger in every pie। ਠੀਕ ਹੈ, have finger in every pie। ਇਹਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਹਰ ਚੀਜ਼ 'ਚ ਟੰਗ ਅੜਾਉਣਾ। ਠੀਕ ਹੈ, ਹਰ ਚੀਜ਼ 'ਚ ਟੰਗ ਅੜਾਉਣਾ ਕਹਿਣ ਦਾ ਮਤਲਬ ਕੀ ਹੈ? ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਉਹ ਵਾਲਾ ਹਿਸਾਬ ਹੈ। ਹਰ ਚੀਜ਼ ਦੇ ਵਿੱਚ ਆਪਣੀ ਆਪਣੀ, ਠੀਕ ਹੈ। ਇਟ ਮੀਨਸ ਟੂ ਬੀ ਇਨਵੋਲਵਡ ਇਨ ਅ ਮੈਟਰ especially in an annoying interfering way। ਜਿਵੇਂ ਅਸੀਂ ਕਹਿ ਦਿੰਦੇ ਨਾ, ਗੱਲ ਤਾਂ ਚਲੋ ਨਹੀਂ ਕਹਿਣੀ ਚਾਹੀਦੀ ਬਟ ਇਹਦਾ ਕਹਿ ਦਿੱਤਾ ਜਾਂਦਾ ਹੈ ਕਿ ਸੱਸ ਨੂੰਹ ਦੀ ਲੜਾਈ ਦੇ ਵਿੱਚ, ਰਾਈਟ, ਨਨਾਣ ਆ ਜਾਵੇ ਤੇ ਉਹ, ਰਾਈਟ, ਇਟ ਇਜ਼ ਕਾਈਂਡ ਆਫ ਦੈਟ। ਮੈਂ ਸਮਝਾਉਣ ਲਈ ਸਮਝਾਇਆ, ਆਈ ਐਮ ਨਾਟ ਐਂਟੀ ਵੂਮਨ। ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਣਾਈਆਂ ਹੋਈਆਂ, ਛੱਡੋ ਪਰੇ, ਅੱਗੇ ਚੱਲਦੇ ਹਾਂ। ਟੂ ਅਟੇਨ ਪੀਸ ਯੂ ਮਸਟ ਅਵੋਇਡ ਹੈਵਿੰਗ ਫਿੰਗਰ ਇਨ ਐਵਰੀ ਪਾਈ। ਤੇ ਜੇ ਤੁਹਾਨੂੰ ਪੀਸ ਚਾਹੀਦੀ ਆ, ਜੇ ਤੁਹਾਨੂੰ ਦਿਮਾਗ ਦੀ ਸ਼ਾਂਤੀ ਚਾਹੀਦੀ ਹੈ, ਠੀਕ ਹੈ, ਆਪਣੇ ਝਗੜਿਆਂ 'ਤੇ ਫੋਕਸ ਕਰੋ, ਆਪਣੇ ਕੰਮ 'ਤੇ ਫੋਕਸ ਕਰੋ। ਡੂ ਨਾਟ ਹੈਵ ਫਿੰਗਰ ਇਨ ਐਵਰੀ ਪਾਈ। ਹਰ ਚੀਜ਼ ਦਾ ਪਤਾ ਹੋਣਾ ਜ਼ਰੂਰੀ ਨਹੀਂ ਹੁੰਦਾ, ਠੀਕ ਹੈ। ਵਰਸ਼ਾ's habit of having finger in every pie has made everyone ignore her। ਹੁਣ ਜਦੋਂ ਤੁਸੀਂ ਹਰ ਚੀਜ਼ ਦੇ ਵਿੱਚ ਆਪਣੀ ਟੰਗ ਅੜਾਉਂਦੇ ਰਹੋਗੇ, ਇੰਟਰਫੇਅਰ ਕਰਦੇ ਰਹੋਗੇ, ਤੇ ਲੋਕ ਤੁਹਾਨੂੰ ਅਵੋਇਡ ਕਰਨਾ ਸ਼ੁਰੂ ਕਰ ਦੇਣਗੇ। ਪਲੀਜ਼ ਤੁਸੀਂ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਤੁਹਾਨੂੰ ਸੈਂਟੈਂਸ ਦੇ ਵਿੱਚ ਮੀਨਿੰਗ ਦੇਣ ਦੀ ਲੋੜ ਨਹੀਂ ਹੈ, ਪਰ ਸੈਂਟੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਇੱਕ ਸੈਂਟੈਂਸ ਮੈਂ ਬਣਾ ਰਹੀ ਹਾਂ, ਇੱਕ ਸੈਂਟੈਂਸ ਤੁਸੀਂ ਵੀ ਬਣਾਓ, ਠੀਕ ਹੈ। ਬਣਾ ਕੇ ਤੇ ਤੁਸੀਂ ਇਹਨੂੰ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ। ਨੋ ਲਵ ਲੌਸ ਬਿਟਵੀਨ ਦੈਮ, ਇਹਨੂੰ ਕਿਤੇ ਮਿਸ ਇੰਟਰਪ੍ਰੇਟ ਨਾ ਕਰ ਦਿਓ। ਨੋ ਲਵ ਲੌਸ ਬਿਟਵੀਨ ਦੈਮ ਕਹਿਣ ਦਾ ਮਤਲਬ ਹੈ ਹੁਣ ਕੋਈ ਪਿਆਰ ਨਹੀਂ ਰਿਹਾ, ਠੀਕ ਹੈ। ਕਹਿਣ ਦਾ ਮਤਲਬ ਹੈ no affection। It is awkward being friends with Kavita and Lokesh, there is no love loss between them। ਹੁਣ ਗਰੁੱਪ ਹੁੰਦਾ ਨਾ, 5 ਜਣਿਆਂ ਦਾ ਗਰੁੱਪ ਹੈ, 5 ਜਣਿਆਂ ਵਿੱਚ ਇੱਕ ਰਮੇਸ਼ ਹੈ, ਇੱਕ ਕਵਿਤਾ ਹੈ ਨਾ, ਇੱਕ ਲੋਕੇਸ਼ ਹੈ, ਇੱਕ ਤੁਸੀਂ ਹੋ, ਠੀਕ ਹੈ, ਇੱਕ ਚਲੋ ਮੈਂ ਹੋ ਗਈ, ਠੀਕ ਹੈ। ਹੁਣ ਅਸੀਂ 5 ਜਣਿਆਂ ਦਾ ਗਰੁੱਪ ਹੈ ਤੇ 5 ਜਣਿਆਂ ਦੇ ਗਰੁੱਪ ਵਿੱਚ ਲੋਕੇਸ਼ ਔਰ ਕਵਿਤਾ ਆਪਸ ਵਿੱਚ ਗੱਲ ਨਹੀਂ ਕਰ ਰਹੇ, ਠੀਕ ਹੈ। ਗੱਲ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਨਾਂ ਦੇ ਵਿੱਚ ਆਪਸ ਵਿੱਚ ਕੋਈ ਅਫੈਕਸ਼ਨ ਹੀ ਨਹੀਂ ਹੈ। ਆਪਾਂ ਕਹਾਂਗੇ ਦੇਰ ਇਜ਼ ਨੋ ਲਵ ਲੌਸਟ ਬਿਟਵੀਨ ਦੈਮ, ਤੇ ਬੜਾ ਔਕਵਰਡ ਜਿਹਾ ਹੋ ਜਾਂਦਾ ਹੈ। The brothers were always at loggerheads with each other, there is no love lost between them। ਕਹਿਣ ਦਾ ਮਤਲਬ ਕੀ ਹੈ? ਦੋ ਭਰਾ, ਠੀਕ ਹੈ, ਆਪਸ ਵਿੱਚ ਹਮੇਸ਼ਾ ਝਗੜਦੇ ਹੀ ਰਹਿੰਦੇ ਸੀਗੇ, ਇਸ ਕਰਕੇ ਉਹਨਾਂ ਵਿੱਚ ਕੋਈ ਅਫੈਕਸ਼ਨ ਨਹੀਂ ਸੀਗਾ। ਪਲੀਜ਼ ਇਹਨੂੰ ਜੌਟ ਡਾਊਨ ਕਰ ਲਓ ਵਧੀਆ ਤਰ੍ਹਾਂ ਨਾਲ ਔਰ ਆਪਣਾ ਸੈਂਟੈਂਸ ਵੀ ਲਿਖ ਦਿਓ। ਅਗਲੀ ਗੱਲ ਆਉਂਦੀ ਹੈ ਜੀ, ਲਿਵ ਇਨ ਆਈਵਰੀ ਟਾਵਰ ਦੇ ਵਿੱਚ ਰਹਿਣਾ, ਠੀਕ ਹੈ। ਮਤਲਬ ਕਹਿਣ ਦਾ ਮਤਲਬ ਖਿਆਲੀ ਹੈ ਨਾ, ਪੈਲਸ ਵਿੱਚ ਰਹਿਣਾ, ਖਿਆਲੀ ਮਹਿਲ ਦੇ ਵਿੱਚ ਰਹਿਣਾ। ਇਫ ਯੂ ਡਿਸਕ੍ਰਾਈਬ ਸਮਵਨ ਐਜ਼ ਲਿਵਿੰਗ ਇਨ ਐਨ ਆਈਵਰੀ ਟਾਵਰ, ਯੂ ਮੀਨ that they have no knowledge or experience of practical problems of everyday's life। ਠੀਕ ਹੈ, ਜਦ ਤੱਕ ਅਸੀਂ ਰਹਿੰਦੇ ਹਾਂ ਨਾ, ਛੋਟੇ ਰਹਿੰਦੇ ਹਾਂ, ਸਾਨੂੰ ਦੁਨੀਆਦਾਰੀ ਨਹੀਂ ਪਤਾ ਹੁੰਦਾ, ਤੇ ਅਸੀਂ ਵੀ ਆਈਵਰੀ ਟਾਵਰ 'ਚ ਹੀ ਲਿਵ ਕਰ ਰਹੇ ਹੁੰਦੇ ਹਾਂ, ਪ੍ਰੈਕਟੀਕਲ ਲਾਈਫ ਨਹੀਂ ਪਤਾ, ਠੀਕ ਹੈ। ਆਓ ਜ਼ਰਾ ਸਮਝਦੇ ਹਾਂ ਇਹਨੂੰ ਸੈਂਟੈਂਸ ਦੇ ਰਾਹੀਂ। ਆਈ ਡੋਂਟ ਪੁੱਟ ਮਚ ਵੇਟ in the advice of a bunch of economists living in their ivory towers who have never worked a real job in their lives। ਠੀਕ ਹੈ, ਆਪਣੀ ਜ਼ਿੰਦਗੀ 'ਚ ਉਹਨਾਂ ਨੇ ਕਦੀ ਕੋਈ ਵੀ ਰੀਅਲ ਜੌਬ ਕੀਤੀ ਨਹੀਂ, ਤੇ ਹੋਰ ਹੁਣ ਇਕੋਨਮਿਸਟ ਬਣ ਕੇ ਆਈਵਰੀ ਟਾਵਰ 'ਚ ਬਹਿ ਕੇ ਗੱਲਾਂ ਕਰ ਰਹੇ, ਤੇ ਮੈਂ ਇਹਨਾਂ ਦੀ ਐਡਵਾਈਸ ਨੂੰ ਕੋਈ ਵੈਲਿਊ ਨਹੀਂ ਦਿੰਦਾ। It seemed easy to solve all the world's problems when I was living in ivory tower। Now that I'm out of college, I realize things are so much more complex than I had imagined। ਕਹਿਣ ਦਾ ਮਤਲਬ ਕਿਆ ਹੈ? ਬੜਾ ਈਜ਼ੀ ਸੀਗਾ ਮੇਰੇ ਲਈ
ਸਾਰੇ ਵਰਲਡ ਦੀਆਂ ਸਾਰੀਆਂ ਪ੍ਰੋਬਲਮ ਮੈਂ ਸੋਲਵ ਕਰ ਦਿੰਦਾ। ਜਦੋਂ ਤੱਕ ਮੈਂ ਕਿੱਥੇ ਰਹਿ ਰਿਹਾ ਸੀ, ਜਦੋਂ ਤੱਕ ਮੈਂ ਆਈਵਰੀ ਟਾਵਰ 'ਚ ਰਹਿ ਰਿਹਾ ਸੀ ਕਾਲਜ ਦੇ ਵਿੱਚ। ਕਾਲਜ ਵਿੱਚ ਡਿਬੇਟ ਹੁੰਦੀ ਨਾ, ਅਸੀਂ ਕਹਿੰਦੇ ਆਹ ਸੋਲਿਊਸ਼ਨ, ਉਹ ਸੋਲਿਊਸ਼ਨ, ਡੈਮੋਕ੍ਰੇਸੀ ਨੂੰ ਇੱਦਾਂ ਕਰਨਾ ਚਾਹੀਦਾ ਹੈ, ਗਵਰਨਮੈਂਟ ਨੂੰ ਇੱਦਾਂ ਕਰਨਾ ਚਾਹੀਦਾ, ਬਟ ਜਦੋਂ ਅਸੀਂ ਰੀਅਲ ਲਾਈਫ ਵਿੱਚ ਆਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਇਟ ਇਜ਼ ਮੋਰ ਕੰਪਲੈਕਸ, ਰਾਈਟ। ਪਲੀਜ਼ ਜੋਟ ਡਾਊਨ, ਕੋਸ਼ਿਸ਼ ਕਰੋ ਜੀ। ਨੈਕਸਟ ਆਉਂਦਾ ਜੀ ਸਟਕ ਇਨ ਅ ਟਾਈਮ ਵਾਰਪ। ਜਦੋਂ ਤੁਸੀਂ ਟਾਈਮ ਵਾਰਪ ਦੇ ਵਿੱਚ ਸਟਕ ਹੋ ਜਾਂਦੇ ਹੋ ਤਾਂ ਇਹਦਾ ਮਤਲਬ ਕੀ ਹੁੰਦਾ ਹੈ ਕਿ ਸੋਚੋ ਅਸੀਂ ਇੱਕ ਲੂਪ ਦੇ ਵਿੱਚ ਫਸੇ ਹੋਏ ਹਾਂ, ਕੋਈ ਇਹੋ ਜਿਹਾ ਲੂਪ ਹੈ ਨਾ। ਇਨਫਿਨਿਟੀ ਦਾ ਸਾਈਨ ਦੇਖਿਆ ਤੁਸੀਂ ਇਸ ਤਰ੍ਹਾਂ, ਹੈ ਨਾ, ਇਹ ਇਨਫਿਨਿਟੀ ਦਾ ਸਾਈਨ ਹੁੰਦਾ ਹੈ ਨਾ, ਠੀਕ ਹੈ। ਹੁਣ ਬੰਦਾ ਕਹਿੰਦਾ ਕਿ ਮੈਂ ਇੱਥੋਂ ਨਿਕਲਣਾ ਹੈ, ਨਿਕਲ ਕਿਵੇਂ ਸਕਦੇ ਹੋ? ਕਿਉਂਕਿ ਇੱਥੇ ਕੋਈ ਵੀ ਜਾਣ ਦੀ ਜਗ੍ਹਾ ਨਹੀਂ ਹੈ, ਠੀਕ ਹੈ। ਬਹੁਤ ਸੋਹਣਾ ਸਾਈਨ ਬਣਾਇਆ ਵੈਸੇ ਉਹਦਾ, ਹੈ ਨਾ। ਤੇ ਇਨਫਿਨਿਟੀ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕਦੇ, ਅਸੀਂ ਸਟਕ ਹੋ ਗਏ, ਠੀਕ ਹੈ। ਇਟ ਮੀਨਸ ਨਾਟ ਚੇਂਜ ਫॉर ਅ ਵੈਰੀ ਲੌਂਗ ਟਾਈਮ ਵੈਨ ਐਵਰੀਥਿੰਗ ਐਲਸ ਅਰਾਊਂਡ ਹੈਜ਼ ਚੇਂਜਡ, ਠੀਕ ਹੈ। ਕਿਸੇ ਵੇਲੇ ਤੁਸੀਂ ਆਪਣੀ ਲਾਈਫ ਨੂੰ ਦੇਖਿਓ, ਤੁਹਾਡਾ ਪੀਅਰ ਗਰੁੱਪ ਕੀ ਕਰ ਰਿਹਾ ਹੈ, ਕਿੱਥੇ ਚਲੇ ਗਏ, ਕੋਈ ਫੋਰਨ ਚਲੇ ਗਏ, ਕੋਈ ਵਿਆਹੇ ਗਏ, ਕੋਈ ਕਿਤੇ ਚਲੇ ਗਏ, ਤੁਹਾਨੂੰ ਲੱਗਦਾ ਮੇਰੀ ਜ਼ਿੰਦਗੀ ਤਾਂ 1 ਇੰਚ ਨਹੀਂ ਅੱਗੇ ਵਧੀ। ਦੈਟ ਮੀਨਸ ਯੂ ਆਰ ਸਟਕ ਇਨ ਅ ਟਾਈਮ ਵਾਰਪ। देखो जी, द विलेज इज सो entrenched in its backward ideals and moral values like it's stuck in the time wrap। मतलब टाइम ਦੇ ਨਾਲ ਇਹ ਚੇਂਜ ਹੋਇਆ ਹੀ ਨਹੀਂ, ਹੋਣਾ ਚਾਹੀਦਾ ਸੀ, ਠੀਕ ਹੈ। There is nothing digital in the house, no computers, no smartphones, just a typewriter and a single rotary telephone। It is stuck in a time wrap, ठीक है। ऐसा लगता है कि इतने समय रुक गया, ना कंप्यूटर है, ना मोबाइल है, ना यू नो ऑफ कोर्स वाईफाई भी नहीं होगा, तो उत्थे किंदा रवांगे, टाइम वार्प विच फसिया होया है, ठीक है। प्लीज़ जॉट डाउन इनू, अगे चलते हैं। स्पैनर इन द वर्क। अब स्पैनर इन द वर्क का मतलब की हुंदा है, ਜਦੋਂ ਸਡਨਲੀ ਕੋਈ ਚੀਜ਼ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਕੁਝ ਅਚਾਨਕ ਆ ਜਾਏ, ਅਚਾਨਕ ਉਹਦੇ ਵਿੱਚ ਕੋਈ ਚੀਜ਼ ਆ ਜਾਏ ਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਡਿਸਟਰਪਟ ਹੋ ਗਈ ਉਹ ਚੀਜ਼, ਠੀਕ ਹੈ। his inability to procure funding for his startup has really thrown a spanner in the works। ਦੇਖੋ ਸਪੈਨਰ ਨਾ ਇੱਕ ਇੰਸਟਰੂਮੈਂਟ ਹੈ ਜਿਹਦੇ ਨਾਲ ਅਸੀਂ ਨਟ ਬੋਲਟ ਖੋਲੀਦਾ। ਜੇ ਅਸੀਂ ਉਹਨੂੰ ਮਤਲਬ ਵਰਕ ਦੇ ਦੌਰਾਨ ਉਹਨੂੰ ਸਿੱਟ ਦਿੱਤਾ ਤੇ ਉਹ ਸਾਨੂੰ ਮਿਲਣਾ ਨਹੀਂ, ਅੱਗੇ ਕੰਮ ਹੋਣਾ ਨਹੀਂ, ਠੀਕ ਹੈ। ਤੇ ਇਹ ਮਤਲਬ ਈਡੀਅਮ ਦਾ ਮਤਲਬ ਇਹ ਹੈ ਵੀ ਮਤਲਬ ਕੰਮ ਤੁਹਾਡਾ ਥੋੜਾ ਦੇਰ ਲਈ ਡਿਸਟਰਪਟ ਹੋ ਗਿਆ। Let's make sure that we get this work done before the boss comes along and changes his mind। That will really throw the spanner in the work। ਮੈਨੂੰ ਇੰਨੇ ਭੈੜੇ ਲੱਗਦੇ ਨਾ ਇਹ ਲੋਕ, ਕਿਉਂ? ਕਿਉਂਕਿ ਕੰਮ ਚੱਲ ਰਿਹਾ, ਇਹਨਾਂ ਦੇ ਦਿਮਾਗ 'ਚ ਨਵਾਂ ਆਈਡੀਆ ਆਉਂਦਾ, ਕਹਿੰਦੇ ਬੰਦ ਕਰੋ ਬੰਦ ਕਰੋ। ਬੰਦਾ ਬਈ ਅੱਧੇ ਘੰਟੇ ਦਾ ਉਸ ਆਈਡੀਆ ਤੇ ਕੰਮ ਕਰ ਰਿਹਾ ਜਿਹੜਾ ਤੁਸੀਂ ਪਹਿਲੇ ਦੱਸ ਕੇ ਗਏ ਹੋ, ਹੁਣ ਕਹਿੰਦੇ ਬੰਦ ਕਰੋ, ਨਵਾਂ ਆਈਡੀਆ, ਠੀਕ ਹੈ, ਨਵਾਂ ਸਟਾਰਟ। ਤੇ ਇਹਨੂੰ ਕਹਿੰਦੇ ਆ ਥਰੋ ਅ ਸਪੈਨਰ ਇਨ ਦ ਵਰਕਸ, ਜਿਹੜਾ ਕੰਮ ਆਲਰੇਡੀ ਹੋ ਰਿਹਾ ਹੈ, ਰਾਈਟ। ਆਓ ਜੀ ਅਗਲੀ ਗੱਲ ਕਰਦੇ ਹਾਂ, ਪਲੀਜ਼ ਇਹਨੂੰ ਜੌਟ ਡਾਊਨ ਕਰ ਲਓ। ਗੱਲ ਹੈ ਅ ਵੀ ਬਿਟ। ਅ ਵੀ ਬਿਟ ਜਿਹੜਾ ਹੈ, ਅ ਵੀ ਬਿਟ ਇਹਨੂੰ ਅਸੀਂ ਲਾਸਟ ਕਰਾਂਗੇ ਅੱਜ, ਠੀਕ ਹੈ। ਅ ਵੀ ਬਿਟ ਦਾ ਮਤਲਬ ਹੁੰਦਾ ਹੈ ਵੈਰੀ ਸਮਾਲ ਅਮਾਊਂਟ, ਬਹੁਤ ਬਹੁਤ ਛੋਟਾ ਜਿਹਾ। ਯੂ ਸੀਮ ਅ ਵੀ ਬਿਟ ਕਨਫਿਊਜ਼, ਤੁਸੀਂ ਥੋੜੇ ਕਨਫਿਊਜ਼ ਲੱਗ ਰਹੇ ਹੋ, ਠੀਕ ਹੈ। ਵੀ ਬਿਟ ਥੋੜੇ ਜਿਹੇ ਕਨਫਿਊਜ਼ ਲੱਗ ਰਹੇ ਹੋ ਤੁਸੀਂ। ਆਫਟਰ ਟੇਕਿੰਗ ਮੈਡੀਸਨ ਸ਼ੀ ਵਾਜ਼ ਵੀ ਬਿਟ ਵੈਲ, ਥੋੜੀ ਜਿਹੀ ਉਹ ਮਤਲਬ ਮੈਡੀਸਨ ਲੈਣ ਤੋਂ ਬਾਅਦ ਉਹ ਥੋੜੀ ਜਿਹੀ ਠੀਕ ਹੋ ਗਈ, ਠੀਕ ਹੈ। ਤੁਸੀਂ ਜ਼ਿਆਦਾ ਠੀਕ ਰਹੋ, ਠੀਕ ਹੈ। ਵੀ ਬਿਟ ਨਹੀਂ, ਵੱਡੀ ਨੌਲੇਜ ਲੈਣੀ ਹੈ ਤੁਸੀਂ। ਤਾਂ ਇਸ ਤਰ੍ਹਾਂ ਈਡੀਅਮ ਐਂਡ ਫਰੇਜ਼ਸ ਅਸੀਂ ਪ੍ਰਿਪੇਅਰ ਕਰਨੇ ਆ। ਵਿਸ਼ ਯੂ ਆਲ ਦ ਬੈਸਟ। ਇਹਨਾਂ ਨੂੰ ਜੌਟ ਡਾਊਨ ਕਰ ਲਿਓ ਐਂਡ ਮੇਕ ਸ਼ੋਰ ਯੂ ਡੋਂਟ ਥਰੋ ਸਪੈਨਰ, ਠੀਕ ਹੈ। ਕੀਪ ਵਰਕਿੰਗ। ਵਿਸ਼ ਯੂ ਆਲ ਦ ਬੈਸਟ। ਜੈ ਹਿੰਦ।